हाँ जी, ਇਹ ਵੀਡੀਓ ਹੈ ਸੈਲਫ ਹੈਲਪ ਟਾਸਕ 1 ਲਈ। ਠੀਕ ਹੈ, ਸੋ ਇਸ ਵੀਡੀਓ ਆਪਾਂ ਡਿਸਕਸ ਕਰਾਂਗੇ ਇਹਦਾ ਮਾਰਕਿੰਗ ਕ੍ਰਾਈਟੇਰੀਆ ਕੀ ਆ, ਕਿਹੜੇ ਫੈਕਟਰਸ ਆਪਾਂ ਧਿਆਨ 'ਚ ਰੱਖਣੇ ਆ ਜਿਹਦੇ ਬੇਸ 'ਤੇ ਆਪਣੀ ਫਾਈਨਲ ਸਕੋਰਿੰਗ ਹੁੰਦੀ ਆ, ਐਂਡ ਦੈਨ ਵਿਲ ਡਿਸਕਸ ਅਬਾਊਟ ਡੂਜ਼ ਐਂਡ ਡੋਂਟਸ, ਆਪਾਂ ਕੀ ਚੀਜ਼ ਟਾਸਕ 'ਚ ਕਰਨੀ ਆ ਤੇ ਕੀ ਅਵੋਇਡ ਕਰਨੀ ਆ। ਓਕੇ, ਨੈਕਸਟ ਪਾਰਟ ਡਿਸਕਸ ਕਰਾਂਗੇ ਸਕਿੱਲਸ ਐਂਡ ਸਟ੍ਰੈਟਜੀਜ਼ ਕਿ ਕਿੱਦਾਂ ਆਪਾਂ ਟਾਸਕ ਇੱਕ ਵਧੀਆ ਬਣਾ ਸਕਦੇ ਹਾਂ, ਸਕੋਰਿੰਗ ਟਾਸਕ ਲਿਖ ਸਕਦੇ ਹਾਂ, ਐਂਡ ਐਟ ਲਾਸਟ ਆਪਾਂ ਸੈਂਪਲਸ ਪੜਾਂਗੇ ਲੈਵਲ 7, ਲੈਵਲ 9 ਐਂਡ ਲੈਵਲ 12 CLP ਦੇ। ਠੀਕ ਹੈ, ਸੋ ਦੈਟ ਵੀ ਕੈਨ ਮੇਕ ਅ ਗੈਸ ਕਿ ਕਿੱਦਾਂ ਦਾ ਟਾਸਕ 7 ਸਕੋਰ ਕਰਦਾ, ਕਿੱਦਾਂ ਦਾ 9 ਐਂਡ ਕਿੱਦਾਂ ਦਾ 12। ਓਕੇ, ਲੈਟਸ ਮੂਵ ਫਰਦਰ। ਸੋ ਸਭ ਤੋਂ ਪਹਿਲਾਂ ਆਪਾਂ ਚੈੱਕ ਕਰੀਏ ਕਿ ਕੀ ਡਾਇਮੈਂਸ਼ਨਸ ਨੇ ਸਕੋਰਿੰਗ ਦੀਆਂ। ਠੀਕ ਹੈ, ਸੋ 4 ਮੇਨ ਕ੍ਰਾਈਟੇਰੀਆ ਨੇ ਜਿਹਦੇ ਬੇਸ ਤੇ ਆਪਣੀ ਫਾਈਨਲ ਸਕੋਰਿੰਗ ਹੁੰਦੀ ਆ। ਫਰਸਟ ਵਨ ਇਜ਼ ਕੰਟੈਂਟ ਕੋਹਰੈਂਸ, ਦੈਨ ਵਕੈਬ, ਫਿਰ ਰੀਡੇਬਿਲਿਟੀ ਐਂਡ ਲਾਸਟ ਇਜ਼ ਟਾਸਕ ਫੁਲਫਿਲਮੈਂਟ। ਠੀਕ ਹੈ, ਸੈਕੰਡ ਕਾਲਮ ਦੇ ਵਿੱਚ ਲਿਖੇ ਹੋਏ ਆ ਫੈਕਟਰਸ। ਠੀਕ ਹੈ, ਕਿਹੜੇ ਫੈਕਟਰਸ ਆਪਾਂ ਧਿਆਨ 'ਚ ਰੱਖਣੇ, ਐਂਡ ਲਾਸਟ ਤੇ you can see guiding questions. It means कि ਤੁਸੀਂ ਆਪਣੇ ਆਪ ਨੂੰ ਕੁਐਸਚਨ ਪੁੱਛਣਾ ਆਫਟਰ ਰਾਈਟਿੰਗ, ਐਂਡ ਇਫ ਯੂ ਹੈਵ ਸੈਟੀਸਫਾਈਂਗ ਆਨਸਰ ਕਿ ਮੈਂ ਇਹ ਚੀਜ਼ ਕੀਤੀ ਹੋਈ ਹੈ, ਦੈਨ ਦਾ ਸਕੋਰ ਵਧੀਆ ਆਊਗਾ। ਠੀਕ ਹੈ, ਲੈਟਸ ਮੂਵ ਟੂ ਫੈਕਟਰਸ ਫਰਸਟ। ਕੋਹਰੈਂਸ ਦੇ ਸਕੋਰਿੰਗ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਨੰਬਰ ਆਫ ਆਈਡੀਆਸ ਚਾਹੀਦੇ ਆ। ਠੀਕ ਹੈ, ਸੈਲਫ ਹੈਲਪ ਦੇ ਵਿੱਚ ਯੂ ਆਰ ਅਬਲਾਈਜ਼ਡ ਟੂ ਰਾਈਟ ਮੋਰ ਦੈਨ 1 ਆਈਡੀਆ। ਠੀਕ ਹੈ, ਆਪਾਂ 2 ਜਾਂ 3 ਆਈਡੀਆ ਮੈਂਸ਼ਨ ਕਰਾਂਗੇ। ਐਂਡ ਸੈਕੰਡ ਇਜ਼ ਕੁਆਲਿਟੀ ਆਫ ਆਈਡੀਆ। ਠੀਕ ਹੈ, ਤੁਹਾਡਾ ਆਈਡੀਆ ਜੋ ਹੋਵੇ ਇਟ ਮਸਟ ਹੈਵ ਪ੍ਰੋਪਰ ਸੈਂਸ। ਠੀਕ ਹੈ, ਜਨਰਲਾਈਜ਼ ਨਾ ਹੋਵੇ, ਇਹ ਨਾ ਹੋਵੇ ਕਿ ਸਿਰਫ ਜਨਰਲ ਗੱਲਾਂ ਕੀਤੀਆਂ ਪਈਆਂ, ਉਹਦੇ ਬਾਰੇ ਸਪੈਸੀਫਿਕ ਆਈਡੀਆ ਚਾਹੀਦੇ ਆ। ਐਂਡ ਦੈਨ ਤੁਹਾਡਾ ਆਈਡੀਆ ਆਰਗੇਨਾਈਜ਼ ਵੀ ਕੀਤੇ ਹੋਇਆ ਪ੍ਰੋਪਰ। ਠੀਕ ਹੈ, ਪ੍ਰੋਪਰ ਡਿਟੇਲਸ, ਪ੍ਰੋਪਰ ਕਿੱਦਾਂ ਆਈਡੀਆ ਇੰਟਰੋਡਿਊਸ ਹੋ ਰਿਹਾ, ਫਿਰ ਡਿਟੇਲਸ ਆ ਰਹੀਆਂ, ਫਿਰ ਐਂਡਿੰਗ ਹੋ ਰਹੀ ਹੈ ਨਾ, ਸਾਰਾ ਕੁਝ ਚਾਹੀਦਾ ਉਹਦੇ ਵਿੱਚ। ਐਂਡ ਐਟ ਲਾਸਟ ਯੂ ਨੀਡ ਟੂ ਐਡ ਐਗਜ਼ਾਮਪਲਸ ਐਂਡ ਸਪੋਰਟਿੰਗ ਡਿਟੇਲਸ। ਤੁਹਾਡਾ ਜੋ ਵੀ ਆਈਡੀਆ ਹੋਊਗਾ ਇਹ ਨਹੀਂ ਕਿ ਜਸਟ ਮੈਂਸ਼ਨ ਕਰਨਾ, ਉਹਨੂੰ ਜਸਟੀਫਾਈ ਵੀ ਕਰਨਾ ਵਿਦ ਪ੍ਰੋਪਰ ਡਿਟੇਲਸ ਐਂਡ ਐਗਜ਼ਾਮਪਲ। ਠੀਕ ਹੈ, ਦਿਸ ਇਜ਼ ਫॉर ਕੰਟੈਂਟ ਐਂਡ ਕੋਹਰੈਂਸ। ਨੈਕਸਟ ਪਾਰਟ ਇਜ਼ ਵਕੈਬ। ਠੀਕ ਹੈ, ਵਕੈਬ ਲਈ ਯੂ ਨੀਡ ਟੂ ਹੈਵ ਪ੍ਰੋਪਰ ਵਰਡ ਚੋਇਸ। ਜਿਹੜਾ ਵਰਡ ਉੱਥੇ ਐਗਜ਼ੈਕਟ ਮੀਨਿੰਗ ਕੱਢ ਰਿਹਾ, ਯੂ ਹੈਵ ਟੂ ਯੂਜ਼ ਦੈਟ ਵਰਡ। ਓਕੇ, ਦੈਨ ਹੁਣ ਵਰਡ ਸਹੀ ਮਿਲਣ ਤੋਂ ਬਾਅਦ ਯੂ ਮਸਟ ਬੀ ਏਬਲ ਟੂ ਯੂਜ਼ ਇਟ ਸੂਟੇਬਲੀ, ਰਾਈਟ, ਉਹ ਪ੍ਰੋਪਰ ਜਗ੍ਹਾ ਤੇ ਪ੍ਰੋਪਰ ਮੀਨਿੰਗ ਨਾਲ ਯੂਜ਼ ਹੋਵੇ। ਐਂਡ ਯੂ ਨੀਡ ਟੂ ਹੈਵ ਰੇਂਜ ਆਫ ਵਰਡਸ ਐਂਡ ਫਰੇਜ਼ਸ। ਠੀਕ ਹੈ, ਫੋਰ ਐਗਜ਼ਾਮਪਲ ਤੁਸੀਂ ਕੋਈ ਕੁਐਸਚਨ ਦੇ ਵਿੱਚ ਵਰਡ ਆਇਆ, ਤੁਹਾਡੇ ਕੋਲੇ ਉਹਦੇ ਲਈ ਹੋਰ ਵਰਡਸ ਅਵੇਲੇਬਲ ਹੈਗੇ ਨੇ, ਯੂ ਕੈਨ ਰਿਪਲੇਸ ਇਟ ਵਿਦ ਅਦਰ ਵਰਡ ਔਰ ਫਰੇਜ਼ ਜਿਹਦਾ ਨਾਲ ਮੀਨਿੰਗ ਸੇਮ ਨਿਕਲ ਰਿਹਾ। ਠੀਕ ਹੈ, ਐਂਡ ਲਾਸਟ ਰਿਕੁਆਇਰਮੈਂਟ ਇਜ਼ ਪ੍ਰਸੀਜ਼ਨ ਐਂਡ ਐਕੂਰੇਸੀ। ਠੀਕ ਹੈ, ਜਿਹੜਾ ਵੀ ਵਰਡ ਯੂਜ਼ ਕਰੋਗੇ ਉਹ ਪ੍ਰੀਸਾਈਜ਼ ਹੋਵੇ ਤੇ ਐਕੂਰੇਟ ਹੋਵੇ ਉਸ ਜਗ੍ਹਾ ਦੇ ਉੱਪਰ। ਠੀਕ ਹੈ, ਫੋਰ ਐਗਜ਼ਾਮਪਲ ਜੇ ਆਪਾਂ ਕਹੀਏ ਕਿ ਪ੍ਰੋਡਕਸ਼ਨ ਦੇ ਸਿਨੋਨਿਮ ਲੱਭਣੇ ਹੋਣ, ਰਾਈਟ, ਮੈਨੂਫੈਕਚਰਿੰਗ ਇਜ਼ ਵਨ ਆਫ ਦੀ ਵਰਡ। ਠੀਕ ਹੈ, ਬਟ ਮੈਨੂਫੈਕਚਰ ਐਂਡ ਪ੍ਰੋਡਕਸ਼ਨ ਸੇਮ ਨਹੀਂ ਆ, ਸੋ ਕਈ ਜਗ੍ਹਾ ਤੇ ਮੈਨੂਫੈਕਚਰ ਵਰਡ ਸੂਟ ਨਹੀਂ ਕਰੂਗਾ। ਫੋਰ ਐਗਜ਼ਾਮਪਲ ਯੂ ਕਾਂਟ ਮੈਨੂਫੈਕਚਰ એનર્ਜੀ, ਯੂ ਕੈਨ ਪ੍ਰੋਡਿਊਸ ਇਟ। ਠੀਕ ਹੈ, ਸੋ ਇੱਦਾਂ ਜੋ ਵੀ ਵਰਡ ਯੂਜ਼ ਕਰੋਗੇ ਐਕੂਰੇਟ ਵੀ ਚਾਹੀਦਾ ਉਸ ਜਗ੍ਹਾ ਦੇ ਉੱਪਰ। ਓਕੇ, ਥਰਡ ਡਾਇਮੈਂਸ਼ਨ ਇਜ਼ ਰੀਡੇਬਿਲਿਟੀ। ਓਕੇ, ਸੋ ਰੀਡੇਬਿਲਿਟੀ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਆ ਫਾਰਮੈਟ ਐਂਡ ਪੈਰਾਗ੍ਰਾਫਿੰਗ। ਫਾਰਮੈਟ ਮਤਲਬ ਜਦੋਂ ਆਪਾਂ ਈਮੇਲ ਲਿਖ ਰਹੇ ਹਾਂ, ਠੀਕ ਹੈ, ਉਹ ਗ੍ਰੀਟਿੰਗਸ, ਉਹ ਸਾਈਨ ਆਫ, ਠੀਕ ਹੈ, ਉਹ ਸਾਰਾ ਕੁਝ ਐਡ ਕੀਤਾ ਹੋਣਾ ਚਾਹੀਦਾ। ਐਂਡ ਪੈਰਾਗ੍ਰਾਫਿੰਗ ਲੌਜੀਕਲ ਹੋਵੇ, ਪੈਰਾਗ੍ਰਾਫਿੰਗ ਲੌਜੀਕਲ ਨਹੀਂ ਚਾਹੀਦੀ, ਪ੍ਰੋਪਰ ਇੱਕ ਪੈਰਾਗ੍ਰਾਫ ਦੇ ਵਿੱਚ ਕੋਈ ਇੱਕ ਗੱਲ ਹੋਵੇ ਐਂਡ ਦੈਨ ਪੈਰਾਗ੍ਰਾਫ ਚੇਂਜ ਹੋ ਰਿਹਾ ਹੋਵੇ। ਠੀਕ ਹੈ, ਨੈਕਸਟ ਇਜ਼ ਕਨੈਕਟਰਸ ਐਂਡ ਟ੍ਰਾਂਜੀਸ਼ਨਸ। ਠੀਕ ਹੈ, ਸਹੀ ਕਨੈਕਟਰਸ ਚਾਹੀਦੇ ਆ, ਸਹੀ ਟ੍ਰਾਂਜੀਸ਼ਨ ਚਾਹੀਦੀਆਂ, ਟ੍ਰਾਂਜੀਸ਼ਨ ਜਿਹੜੀ ਸਮੂਥ ਚਾਹੀਦੀ ਆ। ਇਹ ਨਾ ਹੋਵੇ ਕਿ ਆਪਾਂ ਇੱਕਦਮ ਕੋਈ ਨਵਾਂ ਆਈਡੀਆ ਲੈ, ਦੇਅਰ ਮਸਟ ਬੀ ਅ ਵਰਡ ਜਿਹੜਾ ਕਿ ਉਹਨੂੰ ਤਾਂ ਸਮੂਥ ਕਰਦੇ, ਇੱਕਦਮ ਹਾਈਲਾਈਟ ਨਾ ਹੋਣ ਦੇਵੇ। ਆਪਾਂ ਡਿਸਕਸ ਕਰਾਂਗੇ ਇਹਨਾਂ ਬਾਰੇ ਵੀ ਅੱਗੇ, ਦੇਖਾਂਗੇ ਸੈਂਪਲਸ ਦੇ ਵਿੱਚ ਕਿੱਦਾਂ ਟ੍ਰਾਂਜੀਸ਼ਨ ਸਮੂਥ ਹੁੰਦੀ ਆ, ਕਿੱਦਾਂ ਨਹੀਂ ਹੁੰਦੀ। ਓਕੇ, ਨੈਕਸਟ ਪੁਆਇੰਟ ਰੀਡੇਬਿਲਿਟੀ ਇਜ਼ ਗ੍ਰਾਮਰ ਐਂਡ ਸੈਂਟੈਂਸ ਸਟਰਕਚਰ। ਤੁਹਾਡੀ ਗ੍ਰਾਮਰ ਸਹੀ ਹੋਣੀ ਚਾਹੀਦੀ ਆ। ਠੀਕ ਹੈ, ਜਿੰਨੀ ਗ੍ਰਾਮਰ ਐਕੂਰੇਟ ਹੋਊਗੀ ਯੂ ਵਿਲ ਗੈਟ ਅ ਗੁੱਡ ਸਕੋਰ, ਬਿਕਾਜ਼ ਰੀਡ ਕਰਨ ਦੇ ਵਿੱਚ ਕੋਈ ਇਸ਼ੂ ਨਹੀਂ ਆਊਗਾ। ਠੀਕ ਹੈ, ਐਂਡ ਸੈਂਟੈਂਸ ਸਟਰਕਚਰ ਜਿਹੜੀ ਸੂਟੇਬਲ ਉਸ ਜਗ੍ਹਾ ਦੇ ਉੱਪਰ ਆਪਾਂ ਉਹੀ ਯੂਜ਼ ਕਰਨੀ ਆ। ਫੋਰ ਐਗਜ਼ਾਮਪਲ ਤੁਸੀਂ ਕੋਈ ਸੈਂਟੈਂਸ ਸਟਰਕਚਰ ਬਣਾ ਸਕਦੇ ਹੋ, ਯੂ ਕੈਨ ਯੂਜ਼ ਆਲ ਦੋ, ਰਾਈਟ, ਤਾਂ ਇਹ ਨਹੀਂ ਕਿ ਉਹ ਧੱਕੇ ਨਾਲ ਫਿੱਟ ਕਰਨੀ ਆ, ਜੋ ਉੱਥੇ ਸੂਟ ਕਰੇ ਸਟਰਕਚਰ ਉਹ ਯੂਜ਼ ਕਰਨੀ ਐਂਡ ਸਹੀ ਤਰੀਕੇ ਨਾਲ ਯੂਜ਼ ਕਰਨੀ ਆ, ਉਹ 'ਚ ਗਲਤੀ ਵੀ ਨਾ ਹੋਵੇ। ਐਂਡ ਲਾਸਟ ਇਜ਼ ਸਪੈਲਿੰਗ ਐਂਡ ਪੰਕਚੁਏਸ਼ਨ। ਮਤਲਬ ਕੀ ਆ, ਜੋ ਵੀ ਆਪਾਂ ਲਿਖਾਂਗੇ ਉਹਦੇ ਸਹੀ ਸਪੈਲਿੰਗ ਚਾਹੀਦੇ ਐਂਡ ਪੰਕਚੁਏਸ਼ਨ ਮਾਰਕ ਵੀ ਸਹੀ ਚਾਹੀਦੇ ਆ। ਠੀਕ ਹੈ, ਸਪੈਲਿੰਗ ਦਾ ਆਪਾਂ ਡਿਸਕਸ ਕੀਤਾ ਸੀ ਇਨ ਲਾਸਟ ਵੀਡੀਓ ਕਿ ਇਹਦੇ 'ਚ ਅੰਡਰਲਾਈਨ ਹੋ ਜਾਂਦੇ ਆ ਇਫ ਅ ਵਰਡ ਇਜ਼ ਰੋਂਗ। ਠੀਕ ਹੈ, ਬਟ ਉਹ ਕਰੈਕਟ ਨਹੀਂ ਹੋਣਗੇ, ਯੂ ਹੈਵ ਟੂ ਮੇਕ ਇਟ ਕਰੈਕਟ ਬਾਈ ਯੋਰਸੈਲਫ। ਠੀਕ ਹੈ, ਐਂਡ ਪੰਕਚੁਏਸ਼ਨ ਮਾਰਕਸ, ਰਾਈਟ, ਕੋਈ ਵੀ ਸਟਰਕਚਰ ਯੂਜ਼ ਕਰ ਰਹੇ ਹੋ ਪ੍ਰੋਪਰ, ਜਿੱਥੇ ਕੌਮਾ ਚਾਹੀਦਾ ਕੌਮਾ, ਜਿੱਥੇ ਸੈਮੀਕੋਲਨ ਚਾਹੀਦਾ ਸੈਮੀਕੋਲਨ, ਐਂਡ ਜਿੱਥੇ ਫੁੱਲ ਸਟਾਪ ਚਾਹੀਦਾ ਆਪਾਂ ਉਹ ਯੂਜ਼ ਕਰਾਂਗੇ। ਓਕੇ, ਲਾਸਟ ਇਜ਼ ਟਾਸਕ ਫੁਲਫਿਲਮੈਂਟ। ਟਾਸਕ ਫੁਲਫਿਲਮੈਂਟ ਦੇ ਵਿੱਚ ਫਸਟ ਆਫ ਆਲ ਰੈਲੇਵੈਂਸ ਚਾਹੀਦੀ ਆ, ਜੋ ਵੀ ਲਿਖ ਰਹੇ ਹੋ ਉਹ ਜਿਹੜਾ ਆਪਣਾ ਰਿਸਪੌਂਸ ਆ ਪ੍ਰੋਪਰ ਰੈਲੇਵੈਂਟ ਹੋਵੇ ਟੂ ਦਾ ਕੁਐਸਚਨ ਸਟੇਟਮੈਂਟ। ਠੀਕ ਹੈ, ਮਤਲਬ ਕੀ ਆ, ਕੁਐਸਚਨ ਦਾ ਹਰੇਕ ਵਰਡ ਮੈਟਰ ਕਰਦਾ, ਯੂ ਕਾਂਟ ਇਗਨੋਰ ਈਵਨ ਅ ਸਿੰਗਲ ਵਰਡ ਜੇ ਉਹਨਾਂ ਨੇ ਕੁਝ ਵੀ ਕਿਹਾ ਹੋਇਆ। ਸੈਕਿੰਡ, ਤੁਹਾਡਾ ਟਾਸਕ ਕੰਪਲੀਟ ਆ, ਮਤਲਬ ਉਹ ਸਾਈਨ ਆਫ, ਉਹ ਰਿਗਾਰਡਸ ਵਗੈਰਾ, ਐਵਰੀਥਿੰਗ ਇਜ਼ ਰਿਟਨ ਇਨ ਇਟ। ਠੀਕ ਹੈ, ਥਰਡ ਰਿਕੁਆਇਰਮੈਂਟ ਇਜ਼ ਟੋਨ, ਐਪਰੋਪਰੀਏਟ ਟੋਨ ਚਾਹੀਦੀ ਹੈ ਆਪਣੀ। ਜੇ ਤੁਹਾਡੀ ਆਡੀਅנס ਜਿਹਨੂੰ ਤੁਸੀਂ ਲਿਖ ਰਹੇ ਹੋ ਦੈਟ ਇਜ਼
ਸਮਵਨ ਜਿਹੜਾ ਤੁਹਾਡਾ ਕੋਈ ਮੈਨੇਜਰ ਔਰ ਸਮਥਿੰਗ ਤਾਂ ਟੋਨ ਫਾਰਮਲ ਹੋਊਗੀ। ਇਫ ਇਟ ਇਜ਼ ਫॉर ਸਮਵਨ ਜਿਹੜਾ ਤੁਹਾਡਾ ਕੋਈ ਫਰੈਂਡ ਆ ਦੈਨ ਟੋਨ ਇਨਫਾਰਮਲ ਹੋਊਗੀ, ਠੀਕ ਹੈ। ਐਂਡ ਲਾਸਟ ਇਜ਼ ਵਰਡ ਕਾਊਂਟ। ਆਪਣੇ ਵਰਡਸ ਉਸ ਰੇਂਜ ਦੇ ਵਿੱਚ ਨੇ, ਦੈਟ ਇਜ਼ 150 to 200 ਦੇ ਵਿੱਚ ਆਪਾਂ ਵਰਡ ਲਿਖੇ ਹੋਏ ਨੇ। ਯੂ ਕਾਂਟ ਈਵਨ ਐਕਸੀਡ ਦਾ ਅਪਰ ਲਿਮਿਟ, ਠੀਕ ਹੈ, ਯੂ ਕਾਂਟ ਬੀ ਬਿਲੋ ਲੋਅਰ ਲਿਮਿਟ। ਤਾਂ ਉਹਦੇ ਵਿਚਕਾਰ ਹੀ ਵਰਡ ਪੂਰੇ ਕਰਨੇ ਆ, ਠੀਕ ਹੈ। ਐਂਡ ਟਾਈਮ ਯੂ ਨੋ ਕਿ ਯੂ ਵਿਲ ਗੈਟ 26 minutes ਫॉर ਟਾਸਕ 1 ਐਂਡ ਟਾਸਕ 2 ਈਚ, ਠੀਕ ਹੈ। ਸੋ ਉਸ ਅਕੋਰਡਿੰਗ ਆਪਾਂ ਪਲਾਨ ਕਰਾਂਗੇ, ਲਿਖਾਂਗੇ। ਐਂਡ ਟਾਈਮ ਦਾ ਕੋਈ ਇਸ਼ੂ ਨਹੀਂ ਆਉਂਦਾ ਐਕਸੈਲ ਪਿਪ ਦੇ ਵਿੱਚ, ਬਿਕਾਜ਼ 150-200 ਵਰਡ ਲਿਖਣਾ ਇਨ ਦਿਸ ਟਾਈਮ ਰੇਂਜ ਬਹੁਤ ਈਜ਼ੀ ਆ, ਬਟ ਪਲੈਨਿੰਗ ਪ੍ਰੋਪਰ ਚਾਹੀਦੀ ਆ, ਠੀਕ ਹੈ। ਸੋ ਦੀਜ਼ ਆਰ ਦੀ ਮਾਰਕਿੰਗ ਕ੍ਰਾਈਟੀਰੀਆਜ਼। ਤੁਸੀਂ ਆਪਣੇ ਆਪ ਨੂੰ 4 ਕੁਐਸਚਨ ਪੁੱਛ ਸਕਦੇ ਹੋ ਜਿਹੜੇ ਰਾਈਟ ਸਾਈਡ ਤੇ ਲਿਖੇ ਹੋਏ ਆ, ਟੂ ਬੀ ਸ਼ੋਰ ਕਿ ਮੇਰਾ ਰਿਸਪੌਂਸ ਵਧੀਆ। ਓਕੇ ਨੈਕਸਟ ਦਿਸ ਇਜ਼ ਸਮਥਿੰਗ ਕਿ 9 ਸੈਲ ਪਿਪ ਲਈ CLB ਲਈ ਸੌਰੀ ਕੀ ਚਾਹੀਦਾ ਆਪਾਂ ਨੂੰ, ਠੀਕ ਹੈ। ਸੋ ਯੂ ਕੈਨ ਰੀਡ ਇਟ ਬਾਈ ਯੋਰਸੈਲਫ। 9 ਆਪਾਂ ਇਸ ਲਈ ਦੇਖ ਰਹੇ ਹਾਂ ਬਿਕਾਜ਼ ਮੋਸਟ ਆਫ ਸਟੂਡੈਂਟ ਟਾਰਗੇਟ ਸਕੋਰ ਨੂੰ ਕਰਦੇ ਆ ਕਿ ਮੇਰੇ CLB 9 ਕਿੱਦਾਂ ਬਣ ਜਾਣ, ਠੀਕ ਹੈ। ਦੈਟ ਇਜ਼ ਇਕੁਇਵਲੈਂਟ ਟੂ 8777 ਇਨ IELTS, ਤਾਂ ਉਹ 9 ਇਹਦੇ ਵਿੱਚ ਨਾ ਸੈਲ ਪਿਪ ਦੇ ਵਿੱਚ, ਰਾਈਟ। ਓਕੇ ਹੁਣ ਆਪਾਂ ਆਈਏ ਸਕਿੱਲਸ ਐਂਡ ਸਟ੍ਰੈਟਜੀਜ਼ ਤੇ, ਠੀਕ ਹੈ। ਕੀ ਸਟ੍ਰੈਟਜੀਜ਼ ਨੇ, ਕੀ ਸਕਿੱਲਸ ਨੇ ਆਪਣੀਆਂ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਨੇ ਟੂ ਰਾਈਟ ਅ ਪ੍ਰੋਪਰ ਰਿਸਪੌਂਸ, ਠੀਕ ਹੈ। ਦ ਵੈਰੀ ਫਸਟ ਵਨ ਇਜ਼ ਲੌਜੀਕਲ ਆਰਗੇਨਾਈਜੇਸ਼ਨ, ਠੀਕ ਹੈ। ਤਾਂ ਇਹ 6-7 ਫੈਕਟਰ ਜਿਹੜੇ ਆਪਾਂ ਧਿਆਨ 'ਚ ਰੱਖਣੇ ਆ ਲਿਖਦੇ ਟਾਈਮ, ਇਹ ਸਕਿੱਲ ਯੂਜ਼ ਕਰੋਗੇ ਤੁਹਾਡਾ ਰਿਸਪੌਂਸ ਪੂਰਾ ਵਧੀਆ ਬਣੂਗਾ, ਠੀਕ ਹੈ। ਸਟ੍ਰੈਟਜੀ ਕੀ ਹੈ ਜੀ, ਪਹਿਲਾਂ ਆਪਾਂ ਇੱਕ ਆਊਟਲਾਈਨ ਬਣਾਵਾਂਗੇ ਕਿ ਮੇਰਾ ਰਿਸਪੌਂਸ ਕੀ ਹੋਊਗਾ, ਮੇਰਾ ਓਪੀਨੀਅਨ ਕੀ ਹੋਊਗਾ, ਮੈਂ ਕੀ ਲਿਖੂੰਗਾ, ਆਲ ਦੋਜ਼ ਥਿੰਗਸ। ਐਂਡ ਹਮੇਸ਼ਾ ਟਾਸਕ ਸ਼ੁਰੂ ਹੋਊਗਾ ਵਿਦ ਅ ਪਰਪਸ ਸਟੇਟਮੈਂਟ, ਤੁਸੀਂ ਲਿਖ ਕਿਸ ਪਰਪਸ ਲਈ ਰਹੇ ਹੋ, ਠੀਕ ਹੈ। ਐਂਡ ਇਹ ਸਟੇਟਮੈਂਟ ਡਿਲੇ ਨਹੀਂ ਕਰਨੀ, ਮਤਲਬ ਡੋਂਟ ਟਰਾਈ ਟੂ ਪੁੱਟ ਇਨ ਅ ਸੈਕੰਡ ਪੈਰਾਗ੍ਰਾਫ, ਥਰਡ ਪੈਰਾਗ੍ਰਾਫ ਨਾ, ਇਹਨੂੰ ਫਰਸਟ ਪੈਰਾਗ੍ਰਾਫ ਦੇ ਵਿੱਚ ਸਟਾਰਟਿੰਗ 'ਚ ਟਰਾਈ ਕਰਾਂਗੇ ਆਪਾਂ ਫਿੱਟ ਕਰਨ ਦੀ। ਐਂਡ ਐਂਡ ਕਰਾਂਗੇ ਵਿਦ ਅ ਕਨਕਲੂਡਿੰਗ ਸਟੇਟਮੈਂਟ, ਤਾਂ ਕਿ ਪਤਾ ਲੱਗੇ ਕਿ ਟਾਸਕ ਮੇਰਾ ਐਂਡ ਹੋ ਚੁੱਕਿਆ, ਇਟਸ ਕੰਪਲੀਟ ਇਨ ਇਟ, ਠੀਕ ਹੈ। ਤੇ ਟਾਸਕ ਆਰਡਰ ਦੇ ਵਿੱਚ ਪੂਰਾ ਕਰਨਾ, ਦੈਟਸ ਆਰਗੇਨਾਈਜੇਸ਼ਨ। ਦੈਨ ਯੂ ਨੀਡ ਸਮ ਸਪੋਰਟ ਫॉर योर ਆਈਡੀਆਜ਼, ਠੀਕ ਹੈ। ਉਹਦੇ ਲਈ ਕੀ ਕਰ ਸਕਦੇ ਹਾਂ, ਯੂ ਕੈਨ ਬ੍ਰੇਨਸਟੌਰਮ ਆਈਡੀਆਜ਼ ਬਿਫੋਰ ਯੂ ਸਟਾਰਟ ਰਾਈਟਿੰਗ। ਲਿਖਣ ਤੋਂ ਪਹਿਲਾਂ ਪਲੈਨਿੰਗ ਜ਼ਰੂਰੀ ਆ। ਯੂ ਕਾਂਟ ਸਿੰਪਲੀ ਥਿੰਕ ਐਂਡ ਰਾਈਟ ਐਟ ਦ ਸੇਮ ਟਾਈਮ, ਬਿਕਾਜ਼ ਉਹਦੇ ਨਾਲ ਰਿਸਪੌਂਸ ਵਧੀਆ ਨਹੀਂ ਬਣੂਗਾ, ਯੂ ਕਾਂਟ ਗੈਟ ਯੂਰ ਰਿਕੁਆਇਰਡ ਸਕੋਰ ਫॉर ਸ਼ੋਰ। ਸੋ ਪਲੈਨਿੰਗ ਇੰਪੋਰਟੈਂਟ ਆ। 26-27 ਮਿੰਟ ਬਹੁਤ ਹੁੰਦੇ ਆ, ਸੋ ਜੇ 4-5 ਮਿੰਟ ਪਲੈਨਿੰਗ ਕਰ ਰਹੇ ਹੋ, ਇਟ ਇਜ਼ ਵਰਥ ਇਟ, ਤੁਹਾਡਾ ਸਕੋਰ ਬਹੁਤ ਵਧੀਆ ਹੋ ਜਾਊਗਾ, ਠੀਕ ਹੈ। ਫਿਰ ਹਰੇਕ ਆਈਡੀਆ ਜਿਹੜਾ ਵੀ ਆਪਾਂ ਮੈਂਸ਼ਨ ਕਰਾਂਗੇ ਉਹਦੇ ਨਾਲ ਡਿਟੇਲਸ ਦੇਣੀਆਂ ਨੇ, ਐਟਲੀਸਟ 1, ਠੀਕ ਹੈ। ਯੂ ਕੈਨ ਹੈਵ 2 ਡਿਟੇਲਸ, ਯੂ ਕੈਨ ਹੈਵ ਐਨ ਐਗਜ਼ਾਮਪਲ ਐਂਡ ਸਮ ਐਕਸਪਲੇਨੇਸ਼ਨ, ਸਾਰਾ ਕੁਝ ਵੈਲਿਡ ਆ, ਬਟ ਐਟਲੀਸਟ 1 ਡਿਟੇਲ ਆਪਾਂ ਨੂੰ ਐਡ ਕਰਨੀ ਹੀ ਪੈਣੀ ਟੂ ਜਸਟੀਫਾਈ ਇਟ। ਐਂਡ ਇਟ ਇਜ਼ ਬੈਸਟ ਜੇ ਤੁਸੀਂ ਰੀਅਲ ਪਲੇਸ, ਪੀਪਲ ਜਾਂ ਸਿਚੁਏਸ਼ਨ ਦੀ ਐਗਜ਼ਾਮਪਲ ਦੇ ਸਕੋ, ਉਹਦੇ ਨਾਲ ਆਪਣਾ ਜਿਹੜਾ ਟਾਸਕ ਆ ਹੋਰ ਸਟਰੋਂਗ ਬਣ ਜਾਂਦਾ, ਰਾਈਟ। ਓਕੇ ਸੋ ਨੈਕਸਟ ਇਜ਼ ਪ੍ਰੀਸਾਈਜ਼ ਵੋਕੈਬਲਰੀ, ਠੀਕ ਹੈ। ਸੋ ਯੂ ਹੈਵ ਟੂ ਯੂਜ਼ ਡਿਸਕ੍ਰਿਪਟਿਵ ਵਰਡਸ, ਠੀਕ ਹੈ। ਆਪਾਂ ਐਗਜ਼ੈਕਟ ਵਰਡ ਜਿਹੜੇ ਕਿ ਡਿਸਕ੍ਰਾਈਬ ਕਰਦੇ ਨੇ ਉਸ ਕੰਡੀਸ਼ਨ ਨੂੰ ਪ੍ਰੋਪਰਲੀ, ਉੱਦਾਂ ਦੇ ਵਰਡ ਯੂਜ਼ ਕਰਨੇ। ਜਿੰਨਾ ਜ਼ਿਆਦਾ ਡਿਸਕ੍ਰਿਪਟਿਵ ਹੋਊਗਾ ਉਨਾ ਵਧੀਆ ਵਰਡ ਉਹ ਮੰਨਿਆ ਜਾਊਗਾ, ਠੀਕ ਹੈ। ਸੋ ਪ੍ਰੋਪਰ ਡਿਸਕ੍ਰਿਪਸ਼ਨ ਦੇਣੀ ਆ ਹਰੇਕ ਵਰਡ ਲਈ, ਉਹ ਵਰਡ ਪ੍ਰੀਸਾਈਜ਼ ਹੋਊਗਾ, ਨੈਚੁਰਲੀ ਫਿੱਟ ਹੋਊਗਾ, ਠੀਕ ਹੈ। ਡੋਂਟ ਟਰਾਈ ਟੂ ਯੂਜ਼ ਐਨੀ ਸੱਚ ਵਰਡ ਜਿਹੜਾ ਕਿ ਬਹੁਤ ਹੀ ਅਨਕੋਮਨ ਆ ਅਤੇ ਤੁਹਾਨੂੰ ਪ੍ਰੋਪਰ ਯੂਜ਼ ਨਹੀਂ ਪਤਾ, ਠੀਕ ਹੈ। ਬਿਕਾਜ਼ ਜੋ ਵੀ ਵਰਡ ਯੂਜ਼ ਕਰਨਾ ਨੈਚੁਰਲੀ ਫਿੱਟ ਹੋਣਾ ਚਾਹੀਦਾ ਵਿਚਕਾਰ। ਐਂਡ ਨੈਕਸਟ ਇਜ਼ ਅਵੋਇਡ ਓਵਰ ਯੂਜ਼ਿੰਗ ਵਰਡਸ ਐਂਡ ਫਰੇਜ਼ਸ, ਸਪੈਸ਼ਲੀ ਫਰਮ ਕੁਐਸਚਨ ਸਟੇਟਮੈਂਟ, ਠੀਕ ਹੈ। ਕੁਐਸਚਨ ਦਾ ਕੋਈ ਵੀ ਵਰਡ ਓਵਰ ਯੂਜ਼ ਨਹੀਂ ਕਰਨਾ। ਯੂ ਮੇ ਯੂਜ਼ ਇਟ ਵਨਸ ਔਰ ਟਵਾਈਸ, ਬਟ ਆਫਟਰਵਰਡ ਤੁਹਾਨੂੰ ਕੋਈ ਹੋਰ ਵਰਡ ਚਾਹੀਦਾ ਉਹਨੂੰ ਰਿਪਲੇਸ ਕਰਨ ਲਈ, ਠੀਕ ਹੈ। ਸੋ ਮੇਕ ਸ਼ੋਰ ਕੁਐਸਚਨ ਦਾ ਕੋਈ ਵਰਡ ਜ਼ਿਆਦਾ ਰਿਪੀਟ ਨਾ ਹੋਵੇ। Next thing that you need to be careful about is grammar and formatting, okay. In grammar you need to use a variety of sentence types and grammar structures, ठीक है। You need to use simple sentences, compound sentences, complex sentences, passive ones, gerund ones, ठीक है। If you want ਆਪਾਂ ਇਹਦੇ ਲਈ ਇੱਕ ਅਲੱਗ ਵੀਡੀਓ ਲੈ ਕੇ ਆ ਸਕਦੇ ਹਾਂ ਕਿ ਕਿੱਦਾਂ ਦੇ ਸੈਂਟੈਂਸ ਹੁੰਦੇ ਆ, how you can use them, ਠੀਕ ਹੈ। But you need to have a variety of sentence in your task, ਠੀਕ ਹੈ। ਐਂਡ ਹਰੇਕ ਪੈਰਾਗ੍ਰਾਫ ਲਈ ਇੱਕ ਆਈਡੀਆ ਹੋਊਗਾ। ਫॉर ਐਗਜ਼ਾਮਪਲ ਤੁਹਾਡੇ ਕੋਲ 2 ਮੇਨ ਆਈਡੀਆਜ਼ ਨੇ, ਦੈਨ ਆਪਾਂ 2 ਪੈਰਾਗ੍ਰਾਫ ਬਣਾਵਾਂਗੇ। ਇਫ ਯੂ ਹੈਵ 3 ਤਾਂ 3 ਪੈਰਾਗ੍ਰਾਫ ਬਣਾਵਾਂਗੇ, ਠੀਕ ਹੈ। ਐਂਡ ਹਰੇਕ ਆਈਡੀਆ ਕਨੈਕਟ ਕਰੂਗਾ ਵਿਦ ਟ੍ਰਾਂਜੀਸ਼ਨਸ, ਠੀਕ ਹੈ। ਪ੍ਰੋਪਰ ਕਨੈਕਟਰਸ ਟ੍ਰਾਂਜੀਸ਼ਨਸ ਲਾ ਕੇ ਆਪਾਂ ਲਿੰਕ ਕਰਾਂਗੇ। ਐਂਡ ਕੈਪੀਟਲਾਈਜੇਸ਼ਨ ਮਤਲਬ ਕੀ ਆ, ਸੈਂਟੈਂਸ ਸਟਾਰਟਿੰਗ 'ਤੇ ਜਿੱਦਾਂ ਆਪਾਂ ਕੈਪੀਟਲ ਕਰਦੇ ਹਾਂ ਜਾਂ ਕੋਈ ਪ੍ਰੋਪਰ ਨਾਊਨ ਆਪਾਂ ਨੂੰ ਕੈਪੀਟਲ ਰੱਖਦੇ ਹਾਂ, ਠੀਕ ਹੈ। ਇਫ ਯੂਜ਼ ਆਈ ਜੋ ਕੈਪੀਟਲ ਹੁੰਦਾ, ਸੋ ਉਹ ਰੂਲ ਆਪਾਂ ਨੂੰ ਸਭ ਪਤਾ ਹੋਣੇ ਚਾਹੀਦੇ ਆ। if you are making a mistake ਉਹ ਗ੍ਰਾਮਰ ਦੀ ਗਲਤੀ ਹੈ, ਸਕੋਰ ਘਟੂਗਾ। ਐਂਡ ਐਜ਼ ਵੀ ਡਿਸਕਸ ਆਲਰੇਡੀ ਪੰਕਚੁਏਸ਼ਨ ਸਹੀ ਯੂਜ਼ ਕਰਨੀ ਆ, ਕੌਮਾ, ਸੈਮੀਕੋਲਨ, ਠੀਕ ਹੈ। ਸਾਰਾ ਕੁਝ ਸਹੀ ਜਗ੍ਹਾ 'ਤੇ ਹੋਣਾ ਚਾਹੀਦਾ, ਓਕੇ। ਨੈਕਸਟ ਯੂ ਨੀਡ ਟੂ ਹੈਵ ਅ ਥੋਰੋ ਰਿਸਪੌਂਸ। ਸੋ ਹਾਂ ਇਹ ਥੋੜ੍ਹਾ ਧਿਆਨ ਰੱਖਣਾ, ਪਹਿਲਾਂ ਤਾਂ ਪੂਰਾ ਕੁਐਸਚਨ ਕੇਅਰਫੁਲੀ ਪੜ੍ਹਨਾ। ਐਂਡ ਆਈ ਰਿਕਮੈਂਡ ਕਿ 2 ਤੋਂ 3 ਵਾਰ ਐਟਲੀਸਟ ਪੜ੍ਹਨਾ ਹੀ ਪੜ੍ਹਨਾ, ਭਾਵੇਂ ਆਪਾਂ ਨੂੰ ਸਮਝ ਕੁਐਸਚਨ ਆ ਹੀ ਗਿਆ ਇਨ ਦਾ ਫਸਟ ਰੀਡਿੰਗ, ਠੀਕ ਹੈ, ਤਾਂ ਕਿ ਕੋਈ ਵੀ ਚੀਜ਼ ਸਕਿਪ ਨਾ ਹੋਵੇ, ਠੀਕ ਹੈ।
ਸਪੈਸ਼ਲੀ ਲਿਖਿਆ ਨਾ, ਡੋਂਟ ਚੇਂਜ ਔਰ ਇਗਨੋਰ ਦ ਇਨਫੋਰਮੇਸ਼ਨ ਗਿਵਨ ਦਾ ਕੁਐਸਚਨ। ਜੋ ਇਨਫੋਰਮੇਸ਼ਨ ਕੁਐਸਚਨ ਦੇ ਵਿੱਚ ਗਿਵਨ ਆ ਉਹਨੂੰ ਚੇਂਜ ਨਹੀਂ ਕਰਨਾ ਐਟ ਐਨੀ ਕੰਡੀਸ਼ਨ, ਉਹਨੂੰ ਇਗਨੋਰ ਨਹੀਂ ਕਰਨਾ, ਠੀਕ ਹੈ। ਜੋ ਵੀ ਡਿਟੇਲਸ ਆ ਯੂ ਹੈਵ ਟੂ ਅਕਨੋਲੇਜ, ਯੂ ਹੈਵ ਟੂ ਮੈਂਸ਼ਨ ਦੈਟ ਕਿ ਆਹ ਚੀਜ਼ ਦੀ ਗੱਲ ਹੋਈ ਸੀ। ਐਂਡ ਰਾਈਟ ਐਟਲੀਸਟ 1 ਸੈਂਟੈਂਸ ਫॉर ਈਚ ਟਾਸਕ, ਮੋਸਟ ਵਿਲ ਨੀਡ ਮੋਰ, ਠੀਕ ਹੈ। ਸੋ ਹਰੇਕ ਲਈ ਆਪਾਂ ਪ੍ਰੋਪਰ ਰੀਡ ਕਰਕੇ ਇੱਕ ਸੈਂਟੈਂਸ ਲਿਖਾਂਗੇ ਜਿਹੜਾ ਕਿ ਕੁਐਸਚਨ ਦੇ ਹਰੇਕ ਪਾਰਟ ਨੂੰ ਕਵਰ ਕਰ ਰਿਹਾ ਹੋਊਗਾ। ਓਕੇ, ਨੈਕਸਟ ਇਜ਼ ਟੋਨ, ਠੀਕ ਹੈ। ਸੋ ਉਹਦੇ 'ਚ ਆਪਾਂ ਧਿਆਨ ਰੱਖਣਾ ਕਿ ਪਰਪਸ ਕੀ ਆ, ਇਜ਼ ਇਟ ਰਿਕੁਐਸਟ ਹੈ, ਠੀਕ ਹੈ, ਇਜ਼ ਇਟ ਰਿਕੁਐਸਟ ਤੋਂ ਬਿਨਾਂ ਹੋਰ ਕੀ ਹੋ ਸਕਦਾ। ਫੋਰ ਐਗਜ਼ਾਮਪਲ ਯੂ ਆਰ ਗਿਵਿੰਗ ਅ ਸੁਜੈਸ਼ਨ, ਤਾਂ ਉਹ ਟੋਨ ਉੱਦਾਂ ਦੀ ਚਾਹੀਦੀ ਆ। ਐਂਡ ਆਡੀਅੰਸ ਕਿਹੜੀ ਆ, ਮਤਲਬ whom you are writing to, ਠੀਕ ਹੈ। ਸੋ ਉੱਦਾਂ ਦੀ ਟੋਨ ਆਪਾਂ ਯੂਜ਼ ਕਰਾਂਗੇ। ਐਂਡ ਗ੍ਰੀਟਿੰਗਸ ਐਂਡ ਸਾਈਨ ਆਫ ਇਜ਼ ਕੰਪਲਸਰੀ, ਉਸ ਸਿਚੁਏਸ਼ਨ ਦੇ ਹਿਸਾਬ ਨਾਲ, ਮਤਲਬ ਫਰੈਂਡ ਲਈ ਅਲੱਗ, ਮੈਨੇਜਰ ਲਈ ਅਲੱਗ, ਠੀਕ ਹੈ। ਕੋਈ ਵੀ ਰੂਟਨੈਸ, ਕੋਈ ਵੀ ਸਰਕਾਜ਼ਮ, ਕੋਈ ਵੀ ਕੈਜੂਅਲ ਸਲੈਂਗ ਆਪਾਂ ਨਹੀਂ ਯੂਜ਼ ਕਰਾਂਗੇ ਵਾਈਲ ਰਾਈਟਿੰਗ, ਠੀਕ ਹੈ। ਐਂਡ ਐਟ ਲਾਸਟ ਯੂ ਨੀਡ ਟੂ ਪ੍ਰੂਫ ਰੀਡ ਯੂਅਰ ਟਾਸਕ ਕੇਅਰਫੁਲੀ, ਠੀਕ ਹੈ। ਲਾਸਟ ਦੇ 3-4 ਮਿੰਟ ਬਚਾ ਕੇ ਰੱਖਾਂਗੇ ਤਾਂ ਕਿ ਆਪਾਂ ਚੰਗੀ ਤਰ੍ਹਾਂ ਪੜ੍ਹ ਸਕੀਏ ਐਂਡ ਵੀ ਕੈਨ ਇੰਪਰੂਵ ਦੀ ਮਿਸਟੇਕਸ ਦੈਟ ਵੀ ਹੈਵ ਮੇਡ, ਠੀਕ ਹੈ। ਇਹ ਬਹੁਤ ਜ਼ਰੂਰੀ ਆ ਟੂ ਗੈਟ ਅ ਗੁੱਡ ਸਕੋਰ, ਬਿਕਾਜ਼ ਸਾਰਾ ਰਿਸਪੌਂਸ ਵਧੀਆ ਲਿਖਣ ਤੋਂ ਬਾਅਦ ਵੀ ਜੇ ਉਹ 'ਚ ਗਲਤੀਆਂ ਕਾਫੀ ਨੇ ਤਾਂ ਸਕੋਰ ਵਧੀਆ ਨਹੀਂ ਆਊਗਾ, ਠੀਕ ਹੈ। ਸੋ ਯੂ ਨੀਡ ਟੂ ਮੇਕ ਸ਼ੋਰ ਕਿ ਉਹ 'ਚ ਗਲਤੀਆਂ ਘੱਟ ਤੋਂ ਘੱਟ ਨੇ, ਠੀਕ ਹੈ। ਐਂਡ ਉਸ ਟਾਈਮ ਤੇ ਆਪਾਂ 3-4 ਮਿੰਟ 'ਚ ਲੱਭਣਾ ਕੀ ਆ, ਬਿਕਾਜ਼ ਕਾਫੀ ਸਟੂਡੈਂਟ ਪੜ੍ਹ ਲੈਂਦੇ ਟਾਸਕ ਬਟ ਦੇ ਆਰ ਨਾਟ ਏਬਲ ਟੂ ਫਾਈਂਡ ਐਨੀ ਮਿਸਟੇਕਸ ਇਨ ਇਟ, ਬਿਕਾਜ਼ ਉਹ ਜਸਟ ਉੱਪਰੋਂ ਪੜ੍ਹਦੇ ਆ, ਠੀਕ ਹੈ। ਸੋ ਤੁਹਾਨੂੰ ਪਤਾ ਚਾਹੀਦਾ ਕਿ ਮੇਰੇ ਗਲਤੀਆਂ ਕਿੱਦਾਂ ਦੀਆਂ ਹੁੰਦੀਆਂ। ਫੋਰ ਐਗਜ਼ਾਮਪਲ ਸਬਜੈਕਟ ਵਰਬ ਐਗਰੀਮੈਂਟ ਦੀਆਂ ਹੁੰਦੀਆਂ ਨੇ, ਜਾਂ ਟੈਂਸ ਦੀ ਗਲਤੀ ਹੁੰਦੀ ਆ, ਜਾਂ ਸਪੈਲਿੰਗ ਗਲਤ ਹੁੰਦੇ ਆ। ਸੋ ਆਪਾਂ ਉਹਦਾ ਹੀ ਧਿਆਨ ਦੇਵਾਂਗੇ ਮੇਨਲੀ, ਠੀਕ ਹੈ। ਸੋ ਇਹ ਗਲਤੀਆਂ ਆਪਾਂ ਰਿਪੀਟ ਨਹੀਂ ਕਰਾਂਗੇ। ਓਕੇ, ਹੁਣ ਆਪਾਂ ਇੱਕ ਦੇਖਦੇ ਹਾਂ ਸੈਂਪਲ ਕੁਐਸਚਨ ਐਂਡ ਉਹਦੇ ਆਪਾਂ ਬਾਅਦ ਸੈਂਪਲ ਰਿਸਪੌਂਸ ਰੀਡ ਕਰਾਂਗੇ, ਠੀਕ ਹੈ। ਫਸਟ ਆਫ ਆਲ ਆਪਾਂ ਕੁਐਸਚਨ ਜਿਹੜਾ ਚੰਗੀ ਤਰ੍ਹਾਂ ਪੜਾਂਗੇ। ਪਹਿਲਾਂ ਆਪਾਂ ਲੈਫਟ ਸਾਈਡ ਪੜ੍ਹਦੇ ਹੁੰਦੇ ਹਾਂ ਬਿਕਾਜ਼ ਉਹ ਬੈਕਗਰਾਊਂਡ ਹੁੰਦਾ, ਠੀਕ ਹੈ। ਸੋ ਇਸ ਟਾਸਕ ਦੇ ਵਿੱਚ ਵੀ ਆਰ ਐਨ ਐਲੀਮੈਂਟਰੀ ਸਕੂਲ ਟੀਚਰ ਐਂਡ ਦੇयर इज अ फेमस ਰਾਈਟਰ ਹੂ ਲਿਵਸ ਨੀਅਰ ਸਕੂਲ, ਠੀਕ ਹੈ। ਸੋ ਤੁਸੀਂ ਸਕੂਲ ਟੀਚਰ ਹੋ ਐਂਡ ਕੋਈ ਰਾਈਟਰ ਤੁਹਾਡੇ ਸਕੂਲ ਦੇ ਨੇੜੇ ਰਹਿੰਦਾ, ਠੀਕ ਹੈ। Now you read the right side. In about 150-200 words, write to this writer to invite her to speak to the children in your class. Your message must include the following points, ठीक है। So उस writer ਨੂੰ ਆਪਾਂ ਲਿਖ ਰਹੇ ਹਾਂ, ਇਨਵਾਈਟ ਕਰਨ ਲਈ ਲਿਖ ਰਹੇ ਹਾਂ, ਐਂਡ ਉਹ ਫੀਮੇਲ ਆ, ਯੂ ਹੈਵ ਟੂ ਬੀ ਕੇਅਰਫੁਲ ਕਿ ਹਰ ਲਿਖਿਆ ਹੋਇਆ, ਠੀਕ ਹੈ। ਸੋ ਉੱਦਾਂ ਦੇ ਵਰਡ ਯੂਜ਼ ਕਰਨੇ ਆ। ਐਂਡ ਆਪਣੇ ਲੈਟਰ ਦੇ ਵਿੱਚ, ਆਪਣੀ ਈਮੇਲ ਦੇ ਵਿੱਚ ਇਹ 4 ਸਬ ਪੁਆਇੰਟਸ ਕਵਰ ਹੋਣੇ ਚਾਹੀਦੇ ਆ। ਫਸਟ ਵਨ ਇਜ਼ ਯੂ ਹੈਵ ਟੂ ਇੰਟਰੋਡਿਊਸ ਯੂਰ ਸਕੂਲ ਐਂਡ ਯੂਰ ਕਲਾਸ। ਤੁਸੀਂ ਕਿਸ ਸਕੂਲ ਦੀ ਗੱਲ ਕਰ ਰਹੇ ਹੋ, ਕਿਸ ਕਲਾਸ ਦੀ ਗੱਲ ਕਰ ਰਹੇ ਹੋ, ਮੈਂਸ਼ਨ ਕਰਨਾ। ਚਿਲਡਰਨ ਜਿਹੜੇ ਤੁਹਾਡੇ ਕਲਾਸ ਦੇ ਨੇ, ਵਾਈ ਦੇ ਲਾਈਕ ਦੈਟ ਰਾਈਟਰਸ ਬੁੱਕਸ, ਠੀਕ ਹੈ। ਦੈਨ ਯੂ ਹੈਵ ਟੂ ਇਨਵਾਈਟ ਇਨ ਦ ਨੈਕਸਟ ਪੈਰਾਗ੍ਰਾਫ ਕਿ ਤੁਸੀਂ ਕਲਾਸਰੂਮ ਦੇ ਵਿੱਚ ਆਓ, ਠੀਕ ਹੈ, ਬੱਚਿਆਂ ਲਈ ਆਓ। ਸੋ ਡਿਟੇਲਸ ਆਪਾਂ ਐਡ ਕਰਾਂਗੇ। ਐਂਡ ਇਨ ਲਾਸਟ ਪੈਰਾਗ੍ਰਾਫ ਯੂ ਵਿਲ ਰਾਈਟ ਕਿ ਰਾਈਟਰ ਬੱਚਿਆਂ ਲਈ ਕੀ ਕਰ ਸਕਦਾ, ਠੀਕ ਹੈ। ਸੋ ਦੀਜ਼ ਆਰ 4 ਸਬ ਪੁਆਇੰਟਸ ਐਂਡ ਆਪਾਂ ਇਹ ਚਾਰੋਂ ਕਵਰ ਕਰਨਾ ਇਨ ਡਿਟੇਲ। ਸੋ ਆਪਣੀ ਇਸ ਈਮੇਲ ਦੇ ਵਿੱਚ 4 ਪੈਰਾਗ੍ਰਾਫ ਹੋਣਗੇ ਕਵਰਿੰਗ ਈਚ ਸਬ ਪੁਆਇੰਟ ਇਨ ਡਿਟੇਲ, ਠੀਕ ਹੈ। ਸੋ ਇਹ ਆਪਾਂ ਪਹਿਲਾਂ ਕੁਐਸਚਨ ਸਮਝਾਂਗੇ। ਜਦੋਂ ਤੁਸੀਂ ਐਗਜ਼ਾਮ 'ਚ ਹੋਵੋਗੇ ਔਰ ਵਾਈਲ ਪ੍ਰੈਕਟਿਸਿੰਗ ਟਰਾਈ ਟੂ ਰੀਡ ਇਟ ਟਵਾਈਸ ਔਰ ਥਰਾਈਸ, ਤਾਂ ਕਿ ਕੋਈ ਚੀਜ਼ ਰਹਿ ਨਾ ਜਾਵੇ, ਠੀਕ ਹੈ। ਕਿ ਐਲੀਮੈਂਟਰੀ ਸਕੂਲ ਟੀਚਰ ਆਪਾਂ, ਠੀਕ ਹੈ, ਰਾਈਟਰ ਨੇੜੇ ਰਹਿ ਰਿਹਾ ਸਕੂਲ ਦੇ, ਉਹ ਇੱਕ ਫੀਮੇਲ ਆ, ਠੀਕ ਹੈ। ਤੇ ਆਪਾਂ ਨੂੰ ਇਨਵਾਈਟ ਕਰਨਾ ਕਲਾਸਰੂਮ ਦੇ ਵਿੱਚ, ਠੀਕ ਹੈ। ਬੱਚਿਆਂ ਨੂੰ ਕੀ ਪਸੰਦ ਆ, ਆਲ ਦੋਜ਼ ਚੀਜ਼ ਮਸਟ ਬੀ ਕਵਰਡ, ਓਕੇ। ਆਪਾਂ ਨੂੰ ਲਈ 27 ਮਿੰਟ ਮਿਲਣਗੇ ਐਂਡ ਟਰਸਟ ਮੀ 27 ਮਿੰਟ ਬਹੁਤ ਨੇ ਟੂ ਰਾਈਟ ਇਟ। ਸੋ ਲੈਟਸ ਰੀਡ ਦਿਸ ਸੈਂਪਲ ਫਸਟ, ਠੀਕ ਹੈ। ਐਂਡ ਇੱਕ ਸੈਂਪਲ ਰਿਸਪੌਂਸ ਆ ਐਂਡ ਲੈਵਲ 7 ਦਾ, ਠੀਕ ਹੈ। ਸੋ ਆਪਾਂ ਇਹਨੂੰ ਪਹਿਲਾਂ ਪੜਾਂਗੇ ਐਂਡ ਦੈਨ ਵੀ ਵਿਲ ਐਨਾਲਾਈਜ਼ ਕਿ ਇਹ 7 ਮਤਲਬ 7 CLB ਲਈ ਕਿਉਂ ਆ, ਠੀਕ ਹੈ। ਵਾਈ ਇਟਸ ਨਾਟ ਮੋਰ ਦੈਨ ਦੈਟ ਔਰ ਲੈਸ ਦੈਨ ਦੈਟ, ਠੀਕ ਹੈ। ਸੋ ਈਮੇਲ ਆ ਜੀ, ਯੂ ਸਟਾਰਟ ਵਿਦ ਡੀਅਰ ਦੈਨ ਦਾ ਲਾਸਟ ਨੇਮ, ਠੀਕ ਹੈ। ਐਂਡ ਐਂਡਿੰਗ ਹੋਗੀ ਫੇਥਫੁਲੀ ਯੂਅਰਸ ਔਰ ਯੂਅਰਸ ਫੇਥਫੁਲੀ, ਐਂਡ ਲਾਸਟ ਤੇ ਤੁਹਾਡਾ ਨਾਮ ਆਊਗਾ ਆਪਣਾ, ਠੀਕ ਹੈ। ਐਂਡ ਪੈਰਾਗ੍ਰਾਫਿੰਗ ਕਰਾਂਗੇ, ਪ੍ਰੈਫਰੇਬਲੀ ਆਪਾਂ 4 ਪੈਰਾਗ੍ਰਾਫ ਬਣਾਵਾਂਗੇ, ਠੀਕ ਹੈ। ਆਪਾਂ ਇਹਨਾਂ ਦਾ ਦੇਖਾਂਗੇ ਇਹਨੇ ਕਿੱਦਾਂ ਲਿਖਿਆ ਹੋਇਆ। ਸੋ ਟਰਾਈ ਟੂ ਰੀਡ ਇਟ, ਠੀਕ ਹੈ, ਬਾਈ ਯੂਅਰ ਸੈਲਫ ਇਨ 5 ਮਿੰਟਸ ਐਂਡ 5 ਮਿੰਟ ਬਾਅਦ ਆਪਾਂ ਇਹਦੇ ਸਟਰੈਂਥਸ ਐਂਡ ਵੀਕਨੈਸਿਸ ਚੈੱਕ ਕਰਾਂਗੇ, ਠੀਕ ਹੈ। ਇਹ ਸਕੋਰਿੰਗ ਕਿਉਂ ਆ, 7 ਲੈਵਲ ਦਾ ਕਿਉਂ ਆ, ਐਂਡ ਵਾਈ ਇਟਸ ਨਾਟ ਮੋਰ ਦੈਨ ਦੈਟ, ਠੀਕ ਹੈ। ਕਰੋ ਰੀਡ ਇਹਨੂੰ ਫॉर 5 ਮਿੰਟਸ।
you must have read it properly, ठीक है। ਹੁਣ ਆਪਾਂ ਅੱਗੇ ਚੈੱਕ ਕਰਦੇ ਹਾਂ strengths and weaknesses कि how we can make it better and all those things, ठीक है जी। let's analyze। so strengths ਕੀ ਨੇ ਜੀ? the purpose is clear though it is not mentioned until second paragraph। so purpose clear ਆ ਇਸ ਲੈਟਰ ਦਾ, ਇਸ ਸੌਰੀ ਈਮੇਲ ਦਾ, but ਉਹ ਪਰਪਸ ਮੈਂਸ਼ਨ ਕੀਤਾ ਗਿਆ ਇਨ ਦਾ ਸੈਕਿੰਡ ਪੈਰਾਗ੍ਰਾਫ, ਨਾਟ ਇਨ ਦਾ ਫਸਟ ਵਨ। ਸੋ ਉਹ ਥੋੜਾ ਹੋਰ ਵਧੀਆ ਹੋ ਸਕਦਾ ਸੀਗਾ। ਮੇਨ ਆਈਡੀਆਜ਼ ਨਾਲ ਡਿਟੇਲਸ ਵੀ ਐਡ ਕੀਤੀਆਂ ਗਈਆਂ ਨੇ, ਸੋ ਦੈਟ ਇਜ਼ ਸਮਥਿੰਗ ਗੁੱਡ। ਕੁਝ ਕਲੀਅਰ ਵਰਡਸ ਨੇ, ਕੁਝ ਪ੍ਰੀਸਾਈਜ਼ ਵਰਡ ਨੇ, ਜਿਵੇਂ ਕਿ ਲਿਟਰੇਚਰ, ਟੀਚਰ, ਠੀਕ ਹੈ, ਸਿੰਪਲ ਟੂ ਅੰਡਰਸਟੈਂਡ, ਪ੍ਰੋਸੈਸ ਆਫ ਰਾਈਟਿੰਗ, ਇੰਸਪਾਇਰਡ ਐਂਡ ਪੈਰਾਗ੍ਰਾਫਿੰਗ ਤੇ ਫਾਰਮੈਟਿੰਗ ਕਾਫੀ ਵਧੀਆ ਕੀ ਐਂਡ ਈਜ਼ੀਅਰ ਟੂ ਰੀਡ ਆ, ਠੀਕ ਹੈ। ਐਂਡ ਚਾਰੋਂ ਚੀਜ਼ਾਂ ਐਡਰੈਸ ਕੀਤੀਆਂ, ਜੋ 4 ਸਬ ਪੁਆਇੰਟ ਚਾਰੋਂ ਐਡਰੈਸ ਕੀਤੇ ਹੋਏ ਆ, ਠੀਕ ਹੈ। ਨਾਓ ਲੈਟਸ ਮੂਵ ਟੂ ਵੀਕਨੈਸਿਸ। ਕੁਛ ਜਿਹੜੇ ਡਿਟੇਲਸ ਨੇ ਉਹ ਪ੍ਰੀਸਾਈਜ਼ ਨਹੀਂ ਆ, ਬਿਕਾਜ਼ ਦੇ ਹੈਵ ਨਾਟ ਮੈਂਸ਼ਨਡ ਕਿ ਕਿਸ ਗ੍ਰੇਡ ਦੇ ਸਟੂਡੈਂਟ ਦੀ ਗੱਲ ਹੋ ਰਹੀ ਆ, ਕਿਸ ਬੁੱਕ ਦੀ ਗੱਲ ਹੋ ਰਹੀ ਆ, ਐਂਡ ਵਟ ਚਿਲਡਰਨ ਐਗਜ਼ੈਕਟਲੀ ਇੰਜੋਏ ਇਨ ਦੈਟ ਬੁੱਕ, ਠੀਕ ਹੈ। ਐਂਡ ਡਿਟੇਲਸ ਚਾਹੀਦੀਆਂ ਨੇ ਇਨ ਆਲ 3 ਟਾਸਕ, ਸਪੈਸ਼ਲੀ ਦਾ ਫਰਸਟ, ਠੀਕ ਹੈ। ਸਕੂਲ ਇੰਟਰੋਡਕਸ਼ਨ ਥੋੜੀ ਡਿਟੇਲਸ ਮਿਸਿੰਗ ਨੇ, ਐਂਡ ਸੈਕਿੰਡ ਦੇ ਵਿੱਚ ਬੱਚਿਆਂ ਨੂੰ ਬੁੱਕ ਕਿਉਂ ਪਸੰਦ ਹੈ ਉਹ ਡਿਟੇਲਸ ਮਿਸਿੰਗ ਨੇ। ਸੋ ਰਾਈਟਰ ਹੈਡ ਟੂ ਰਾਈਟ ਮੋਰ ਇਨ ਡਿਟੇਲ ਅਬਾਊਟ ਦੈਟ, ਠੀਕ ਹੈ। ਜੋ ਵੀ ਐਗਜ਼ਾਮੀਨਰ ਜਾਂ ਸਟੂਡੈਂਟ ਲਿਖ ਰਿਹਾ ਸੀ ਉਹਨੇ ਹੋਰ ਡਿਟੇਲਸ ਲਿਖਣਾ ਸੀ, ਇਟ ਵੁੱਡ ਹੈਵ ਬੀਨ ਬੈਟਰ। ਕੁਝ ਗ੍ਰਾਮਰ ਦੀਆਂ ਗਲਤੀਆਂ ਨੇ, ਲਾਈਕ ਦੋਜ਼ ਹੂ ਇਜ਼ ਇੰਟਰਸਟਿੰਗ ਫॉर एवरीवन, ਠੀਕ ਹੈ, ਇਟ ਡਜ਼ਨਟ ਮੇਕ ਐਨੀ ਸੈਂਸ ਗ੍ਰਾਮੈਟਿਕਲੀ। ਸੋ ਇਹਨਾਂ ਕਾਰਨਾਂ ਕਰਕੇ ਇਟਸ ਓਨਲੀ ਫॉर 7। ਨਾਓ ਲੈਟਸ ਰੀਡ ਟਾਸਕ ਜਿਹੜਾ ਕਿ CLB 9 ਲਈ ਆ, ਠੀਕ ਹੈ। ਸੇਮ ਟਾਈਪ ਦਾ ਟਾਸਕ ਹੈ ਜੀ, ਸੇਮ ਹੀ ਰਿਸਪੌਂਸ ਆ। ਸੋ ਗੋ ਥਰੂ ਇਟ, ਰੀਡ ਇਟ ਐਂਡ ਫਿਰ ਆਪਾਂ ਦੇਖਦੇ ਹਾਂ ਕਿ ਇਹ 9 ਲਈ ਕਿਉਂ ਆ, ਵਾਈ ਨਾਟ 7, ਵਾਈ ਨਾਟ 12। ਓਕੇ, ਸੋ ਟਾਈਮ ਇਜ਼ ਅਪ। ਸੋ ਮੇਬੀ ਤੁਸੀਂ ਸਾਰਾ ਪੜ੍ਹ ਲਿਆ ਹੋਣਾ, ਇਫ ਨਾਟ ਦੈਨ ਪੌਜ਼ ਕਰਕੇ ਪੜ੍ਹ ਸਕਦੇ ਹੋ ਜੀ,
ਠੀਕ ਹੈ। ਨਾਓ ਵਿਲ ਡਿਸਕਸ ਇਹਦੇ ਸਟਰੈਂਥਸ ਐਂਡ ਵੀਕਨੈਸਸ। ਠੀਕ ਹੈ, ਸਟਰੈਂਥਸ ਕੀ ਨੇ ਜੀ? ਸੋ ਰਿਸਪੌਂਸ ਆਰਗੇਨਾਈਜ਼ਡ ਆ, ਕਲੀਅਰ ਪਰਪਸ ਆ, ਆਲ ਮੇਨ ਆਈਡੀਆਜ਼ ਆਰ ਸਪੋਰਟਡ ਵਿਦ ਰੀਅਲਿਸਟਿਕ ਡਿਟੇਲਸ ਕਾਫੀ ਰੀਅਲ ਨੇ। ਠੀਕ ਹੈ, ਕਾਫੀ ਵਧੀਆ ਲੈਂਗੁਏਜ ਯੂਜ਼ ਕੀਤੀ ਆ ਸਿਚੁਏਸ਼ਨ ਦੇ ਅਕੋਰਡਿੰਗ, ਲਾਈਕ ਸਿਚੁਏਟਡ, ਹਿਊਜ ਫੈਨ, ਸੈਂਸ ਆਫ ਵੰਡਰ, ਅਮੇਜਮੈਂਟ। ਸੋ ਆਲ ਦੀਜ਼ ਆਰ ਗੁੱਡ ਵਰਡਸ। ਗ੍ਰਾਮਰ ਐਂਡ ਪੰਕਚੁਏਸ਼ਨ ਮਾਰਕਸ ਹੈਗੇ ਨੇ ਬਟ ਕਾਫੀ ਘੱਟ ਨੇ, ਐਂਡ ਜਿਹੜੀਆਂ ਗਲਤੀਆਂ ਵੀ ਨੇ ਤੇ ਡੋਂਟ ਇੰਟਰਫੇਅਰ ਵਿਦ ਦ ਮੀਨਿੰਗ। ਠੀਕ ਹੈ, ਸਮਝ ਆ ਰਿਹਾ ਪ੍ਰੋਪਰ ਜੇ ਗਲਤੀ ਹੋ ਵੀ ਰਹੀ ਆ। ਹਰੇਕ ਸਬ ਪੁਆਇੰਟ ਐਡਰੈਸ ਕੀਤਾ ਹੋਇਆ, ਟੋਨ ਸਹੀ ਆ। ਦੀਜ਼ ਆਰ ਸਟਰੈਂਥਸ, ਬਟ ਵੀਕਨੈਸਸ ਆਰ ਕਈ ਜਗ੍ਹਾ ਤੇ ਵਰਡ ਚੋਇਸ ਸਹੀ ਨਹੀਂ ਆ। ਠੀਕ ਹੈ, ਸੋ ਫॉर एग्जांपल इंस्पायर them on, ਸੋ ਸਹੀ ਚੋਇਸ ਨਹੀਂ ਆ ਵਰਡ ਪੁੱਟ ਟੁਗੇਦਰ। ਠੀਕ ਹੈ, ਦਾ ਮੇਨ ਐਡਵੈਂਚਰਸ ਐਂਡ ਰੈਪੀਟੇਟਿਵ ਨੇ, ਜਿਵੇਂ ਕ੍ਰੀਏਟ ਵਰਡ ਨੂੰ 6 ਵਾਰ ਯੂਜ਼ ਕੀਤਾ। ਠੀਕ ਹੈ, ਐਂਡ ਐਜ਼ ਆਈ ਟੋਲਡ ਯੂ ਕਿ ਸੈਲਫ ਪਿਪ ਕਾਫੀ ਕੇਅਰਫੁਲ ਆ ਅਬਾਊਟ ਰੈਪੀਟੇਸ਼ਨ ਆਫ ਵਰਡਸ। ਸੋ ਉਹਦੀ ਰਿਪਲੇਸਮੈਂਟ ਚਾਹੀਦੀ ਸੀ। ਇੰਨੀ ਵਾਰ ਵਰਡ ਯੂਜ਼ ਕਰਨਾ ਥੋੜਾ ਨੈਗੇਟਿਵਲੀ ਇੰਪੈਕਟ ਕਰਦਾ ਸਕੋਰ ਨੂੰ। ਠੀਕ ਹੈ, ਸੋ ਨੈਕਸਟ ਪ੍ਰੋਬਲਮ ਇਜ਼ ਫਾਈਨਲ ਸੈਂਟੈਂਸ ਆਫ ਥਰਡ ਪੈਰਾਗ੍ਰਾਫ ਇਜ਼ ਵੈਰੀ ਰੈਪੀਟੇਟਿਵ। ਉਹ ਇੱਕ ਸੈਂਟੈਂਸ ਰਿਪੀਟ ਹੋ ਰਿਹਾ ਜੋ ਥਰਡ ਪੈਰਾਗ੍ਰਾਫ ਦੇ ਲਾਸਟ ਤੇ ਆ। ਟ੍ਰਾਂਜੀਸ਼ਨ ਵਰਡ ਥੋੜੇ ਮਿਸਿੰਗ ਨੇ, ਟ੍ਰਾਂਜੀਸ਼ਨ ਥੋੜੀ ਜ਼ਿਆਦਾ ਸਮੂਥ ਹੋ ਸਕਦੀ ਸੀ। ਠੀਕ ਹੈ, ਐਂਡ ਕਲਾਸ ਨੋਟਿਸ ਇਸ ਟਾਸਕ ਦੇ ਵਿੱਚ ਵੀ ਨਹੀਂ ਕੀਤੀ ਗਈ। ਠੀਕ ਹੈ, ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਆ ਥੋੜੀ ਜੀ ਵੇਗ ਆ, ਮਤਲਬ ਥੋੜੀ ਜਿਹੀ ਅਨਕਲੀਅਰ ਆ, ਸਪੈਸ਼ਲੀ ਫੋਰਥ ਸਬ ਪੁਆਇੰਟ ਦੇ ਵਿੱਚ। ਐਂਡ ਇਨਵੀਟੇਸ਼ਨ ਥੋੜਾ ਇੰਪ੍ਰੀਸਾਈਜ਼ ਆ, ਮਤਲਬ ਇਨਵੀਟੇਸ਼ਨ ਲਈ ਯੂ ਨੀਡ ਟੂ ਹੈਵ ਅ ਸਪੈਸੀਫਿਕ ਡੇਟ, ਟਾਈਮ ਐਂਡ what do you expect from the writer to do when he will be in the class। ਠੀਕ ਹੈ, ਸੋ ਉਹ ਡਿਟੇਲਸ ਹੋਰ ਸਪੈਸੀਫਿਕ ਹੋ ਸਕਦੀਆਂ ਸੀ, ਕਿ ਜਦੋਂ ਆਪਾਂ ਕਿਸੇ ਪਰਸਨ ਨੂੰ ਇਨਵਾਈਟ ਕਰਦੇ ਹਾਂ ਆਪਾਂ ਦੱਸਦੇ ਹਾਂ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਇਸ ਜਗ੍ਹਾ ਤੇ ਪਹੁੰਚਣਾ। ਯੂ ਕਾਂਟ ਸੇ ਕਿ ਇਨ ਦਿਸ ਵੀਕ ਔਰ ਔਨ ਦਿਸ ਮੰਡੇ ਵਿਦਆਊਟ ਐਨੀ ਟਾਈਮ। ਠੀਕ ਹੈ, ਸਪੈਸੀਫਿਕ ਡਿਟੇਲਸ ਹੋਰ ਵਧੀਆ ਹੁੰਦੀਆਂ ਟੂ ਗੈਟ ਅ ਬੈਟਰ ਸਕੋਰ। Okay, now let's move to level 12 response। ठीक है, so this is CLB 12 out of 12। so ਇਹਨੂੰ ਪੜੋ ਜੀ and then we can check ਕਿ ਇਹ ਟਾਸਕ ਵਧੀਆ ਕਿਉਂ ਆ।
थिंक यू माइट हैव डन इट, ठीक है। सो ये सारा पढ़ने तो बाद यू माइट हैव नोटिस कि काफ़ी डिटेल्स मैंशन ने, काफ़ी एग्जैक्ट वर्ड्स ने, एंड टू बी ऑनेस्ट ਇੰਨਾ ਡਿਫਿਕਲਟ ਨਹੀਂ ਹੋਊਗਾ ਇਹ, ਠੀਕ ਹੈ। ਇਹ ਨਹੀਂ ਕਿ ਕੋਈ ਵਰਡ ਇੱਦਾਂ ਦਾ ਜਿਹੜਾ ਆਪਾਂ ਕਦੇ ਸੁਣਿਆ ਹੀ ਨਹੀਂ ਜਾਂ ਕੁਛ ਇੱਦਾਂ ਜ਼ਿਆਦਾ ਔਖਾ ਵਰਡ ਹੋਊਗਾ, ਬਟ ਜੋ ਰਿਕੁਆਇਰਮੈਂਟ ਸੀ, ਜੋ ਸਕੋਰਿੰਗ ਕ੍ਰਾਈਟੇਰੀਆ ਸੀ, ਉਹ ਫੁੱਲਫਿਲ ਹੋ ਰਿਹਾ, ਦੈਟਸ ਵਾਈ ਇਟਸ ਲੈਵਲ 12, ਠੀਕ ਹੈ। ਸੋ ਵਿਲ ਗੋ ਫॉर ਦਿਸ ਤਾਂ ਕਿ ਆਪਾਂ 9 10 ਈਜ਼ੀਲੀ ਅਚੀਵ ਕਰ ਸਕੀਏ, ਠੀਕ ਹੈ। ਨਾਓ ਦਿਸ ਇਜ਼ ਦਾ ਫੀਡਬੈਕ ਆਫ ਦਿਸ। ਇਹ 'ਚ ਵੀ ਕੁਝ ਵੀਕਨੈਸਿਸ ਨੇ, ਲਾਈਕ ਜਿਵੇਂ ਕਿ followed by some questions and for the rabbit office carrots a bit awkward though meaning is clear, ठीक है। वो कुछ word choice ਜਾਂ phrases ਸਹੀ ਨਹੀਂ ਸੀ, ਥੋੜੇ awkward ਸੀ, but meaning ਕਾਫੀ clear ਸੀ, ਠੀਕ ਹੈ। motive ਜਿਹੜਾ word use ਕੀਤਾ, ਠੀਕ ਹੈ, ਉਹ ਸਹੀ ਫਾਰਮ ਨਹੀਂ ਸੀ, it should be motivate, ਠੀਕ ਹੈ, ਜਿਸ ਜਗ੍ਹਾ ਤੇ use ਕੀਤਾ ਸੀਗਾ। and explanation of what the writer can do is a bit vague, ठीक है। 20-minute talk तो उन्होंने थोड़ा जिहा unclear ਰੱਖਿਆ ਕਿ ਰਾਈਟਰ 20 ਮਿੰਟ ਬੋਲੂਗਾ ਕਿ ਬਟ ਅਬਾਊਟ what, ਠੀਕ ਹੈ। ਸੋ ਉਹ ਹੁੰਦਾ ਤਾਂ ਹੋਰ ਵਧੀਆ ਹੁੰਦਾ, ਹੋਰ ਵਧੀਆ ਮਤਲਬ ਕਿ ਇੱਕ ਵਧੀਆ ਰਿਸਪੌਂਸ ਮੰਨਿਆ ਜਾਂਦਾ, ਬਟ ਸਟਿਲ ਇਟ ਗੋਟ 12। ਸੋ ਆਪਾਂ ਇਹ ਸਮਝ ਸਕਦੇ ਹਾਂ ਕਿ 12 CLB ਦੇ ਵਿੱਚ ਵੀ ਕੁਝ ਗਲਤੀਆਂ, ਕੁਝ ਵੀਕਨੈਸਿਸ ਹੋ ਸਕਦੀਆਂ ਨੇ, ਠੀਕ ਹੈ, ਬਟ ਆਪਾਂ ਉਹ ਅਚੀਵ ਕਰਨਾ ਕਿ ਥੋੜ੍ਹੀਆਂ ਬਹੁਤ ਗਲਤੀਆਂ ਇਜ਼ ਸਟਿਲ ਫਾਈਨ, ਬਟ ਜ਼ਿਆਦਾਤਰ ਗਲਤੀਆਂ ਨਾ ਹੋਣ, ਗ੍ਰਾਮਰ ਦੀ ਕੋਈ ਗਲਤੀ ਜ਼ਿਆਦਾ ਨਾ ਹੋਵੇ, ਠੀਕ ਹੈ, ਸੈਂਟੈਂਸਿੰਗ ਦੀ ਗਲਤੀ ਜ਼ਿਆਦਾ ਨਾ ਹੋਵੇ, ਸਪੈਲਿੰਗ ਮਿਸਟੇਕਸ ਘੱਟ ਤੋਂ ਘੱਟ ਹੋਣ, ਠੀਕ ਹੈ, ਐਂਡ ਯੂ ਨੀਡ ਟੂ ਹੈਵ ਡਿਫਰੈਂਟ ਟਾਈਪ ਆਫ ਵਰਡਸ। So this is it for this video, and if you want to see more such videos then subscribe this channel, and you can watch my previous video about what are the modules in CellPip or the basics of CellPip if you are not aware of that.